ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਪੁੱਡਾ ਦੇ ਉੱਚ ਅਧਿਕਾਰੀਆਂ ਦੇ ਖੁਲਾਸੇ ਤੋਂ ਬਾਅਦ ਜਲੰਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਸ਼ਹਿਰ 'ਚ ਬਣ ਰਹੀਆਂ ਨਾਜਾਇਜ਼ ਕਲੋਨੀਆਂ ਉੱਤੇ ਐਕਸ਼ਨ ਲੈਂਦੇ ਹੋਏ ਕਿਹਾ ਕਿ ਉਹ ਮੰਨਦੇ ਨੇ ਕਿ ਸ਼ਹਿਰ 'ਚ ਕਈ ਕਲੋਨੀਆਂ ਗੈਰ ਕਾਨੂੰਨੀ ਬਣ ਰਹੀਆਂ ਨੇ, ਜਿਸ ਦੇ ਬਾਰੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਸ ਉੱਤੇ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਬਾਰੇ ਦੱਸਦੇ ਹੋਏ ਪੁੱਡਾ ਦੀ ਅਫਸਰ ਨਵਨੀਤ ਕੌਰ ਬੱਲ ਅਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਸੈਂਕੜੇ ਕਲੋਨੀਆਂ ਉੱਤੇ ਕਾਨੂੰਨੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ, ਜਿਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਉਹਨਾਂ ਉੱਤੇ ਕਾਰਵਾਈ ਕਰ ਸਕਦਾ ਹੈ। ਉਹਨਾਂ ਨੇ ਦੱਸਿਆ ਕਿ 2018 ਦੇ ਬਾਅਦ ਜਿਨ੍ਹਾਂ ਕਲੋਨੀਆਂ ਨੂੰ ਰੈਗੂਲਰ ਕੀਤਾ ਜਾ ਰਿਹਾ ਉਹਨਾਂ ਦੇ ਮਾਲਕਾਂ ਉੱਤੇ FIR ਦੇ ਆਦੇਸ਼ ਦਿੱਤੇ ਗਏ ਨੇ ਅਤੇ ਕਈਆਂ ਉੱਤੇ ਧਾਰਾ 180 ਦੇ ਤਹਿਤ FIR ਕੱਟ ਦਿੱਤੀ ਗਈ ਹੈ। ਜਲੰਧਰ ਡਿਵੈਲਪਮੈਂਟ ਅਥਾਰਟੀ ਵੱਲੋਂ ਜੀ ਪਹਿਲਾਂ ਤੋਂ ਹੀ ਜਿਹੜਾ ਹੈਗਾ ਸਮੇਂ-ਸਮੇਂ ਸਿਰ ਅਸੀਂ ਹਰ ਤਰ੍ਹਾਂ ਦਾ ਐਕਸ਼ਨ, ਚਾਹੇ ਉਹ ਡਿਮੋਲੀਸ਼ਨ ਹੋਵੇ ਚਾਹੇ FIRs ਹੋਣ, ਉਹ ਲਈਆਂ ਜਾ ਰਹੀਆਂ ਨੇ। FIRs ਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਆਲਮੋਸਟ ਪਿਛਲੇ 3-4 ਮਹੀਨਿਆਂ ਦੇ ਵਿੱਚ ਅਸੀਂ ਕੋਈ 180 FIRs ਜਿਹੜੀਆਂ ਹੈਗੀਆਂ ਉਹਦੇ ਵਿੱਚੋਂ 140 ਦੇ ਕਰੀਬ ਜਿਹੜੀਆਂ ਰਿਜੈਕਟਡ ਕਾਲੋਨੀਜ਼ ਸੀਗੀਆਂ ਐਂਡ 45 ਦੇ ਆਸ-ਪਾਸ ਜਿਹੜੀਆਂ ਨਾਟ ਅਪਲਾਈਡ ਕਾਲੋਨੀਜ਼ ਸੀਗੀਆਂ ਉਹਨਾਂ ਤੇ FIR ਜਿਹੜੀ ਆਲਰੇਡੀ ਪ੍ਰਪੋਜ਼ ਕਰਕੇ ਭੇਜ ਚੁੱਕੇ ਹੈਗੇ ਆ। ਡਿਮੋਲੀਸ਼ਨਸ ਵੀ ਲਗਾਤਾਰ ਚੱਲ ਰਹੀਆਂ ਨੇ। ਪਿਛਲੇ ਹਫਤੇ ਵੀ ਜਿਹੜੀਆਂ ਹੈਗੀਆਂ ਉਹ 3 ਡਿਮੋਲੀਸ਼ਨਸ ਕੀਤੀਆਂ ਗਈਆਂ ਹੈਗੀਆਂ ਜਿੱਥੇ ਇਲੀਗਲ ਕਾਲੋਨੀ ਜਿਹੜੀ ਹੈਗੀ ਹੈ ਉਹਦਾ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਕੋਲੇ ਸਾਹਮਣੇ ਆਈ ਹੈਗੀ ਹੈ। ਸੋ ਜਿੱਥੇ ਵੀ ਜਿਹੜੇ ਕਲੋਨਾਈਜ਼ਰਸ ਹੈਗੇ ਆ ਜਿਨ੍ਹਾਂ ਵੱਲੋਂ ਪ੍ਰੋਪਰ ਗਵਰਨਮੈਂਟ ਦੀ ਜਿਹੜੀ ਰੈਗੂਲਰਾਈਜੇਸ਼ਨ ਫੀਸ ਜਮ੍ਹਾਂ ਨਹੀਂ ਕਰਵਾਈ ਗਈ ਹੈਗੀ, ਕਿਉਂਕਿ ਇੱਕ ਗਵਰਨਮੈਂਟ ਵੱਲੋਂ ਆਦੇਸ਼ ਜਿਹੜੇ ਉਹ ਪ੍ਰਾਪਤ ਹੋਏ ਸੀਗੇ ਕਿ ਜੇਕਰ 100% ਰੈਗੂਲਰਾਈਜੇਸ਼ਨ ਫੀਸ ਜਮ੍ਹਾਂ ਕਰਾ ਦਿੱਤੀ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਲੀਗਲ ਐਕਸ਼ਨ ਹੈਗਾ ਉਹ ਜਿਹੜਾ ਉਹ ਸਸਪੈਂਡ ਕੀਤਾ ਜਾ ਸਕਦਾ ਹੈ। ਸੋ ਜਿੱਥੇ ਵੀ 100% ਨਹੀਂ ਜਮ੍ਹਾਂ ਕਰਵਾਈ ਗਈ ਹੈਗੀ ਉਹਨਾਂ ਨੂੰ ਪ੍ਰੋਪਰ ਨੋਟਿਸਸ ਵੀ ਕੱਢੇ ਗਏ ਹੈਗੇ ਤਾਂ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ। ਅਗਰ ਦੇਖਣ 'ਚ ਨਾ ਮੈਮ ਇਸ ਤਰ੍ਹਾਂ ਦਾ ਵੀ ਹੈ ਕਿ ਲੋਕ ਚੰਦਾ ਬਣਾ ਕੇ ਅੰਦਰ ਕੰਮ ਕਰ ਰਹੇ ਨੇ ਤੇ ਬਾਹਰੋਂ ਉਹਨਾਂ ਨੂੰ ਪਤਾ ਨਾ ਲੱਗੇ, ਉਹਨਾਂ ਨੇ ਗੇਟ ਵੀ ਲਗਾ ਰੱਖੇ ਨੇ ਔਰ ਕਈ ਆਪਣੇ ਜਿਹੜੇ ਕਿਲੇ ਵੀ ਬਿਠਾ ਰੱਖੇ ਨੇ। ਅਗਰ ਕੋਈ ਜਾਂਦਾ ਹੈ ਤਾਂ ਉਹਨਾਂ ਬਦਤਮੀਜ਼ੀ ਵੀ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਲੋਕਾਂ ਦੇ ਕੀ ਐਕਸ਼ਨ ਲਿਆ? ਦੇਖੋ ਤੁਸੀਂ ਜੇ ਕੋਈ ਸਪੈਸੀਫਿਕ ਕੇਸ ਜਿਹੜਾ ਹੈਗਾ ਉਹ ਮੈਨੂੰ ਦੱਸੋਗੇ ਤਾਂ ਅਸੀਂ ਥੋਰਲੀ ਉਹਨੂੰ ਚੈੱਕ ਕਰਵਾ ਲਿਆਂਗੇ, ਬਿਕਾਜ਼ ਇਸ ਤਰ੍ਹਾਂ ਦੀ ਇਨ ਡੀਟੇਲ ਗੱਲ ਕੋਈ ਹਜੇ ਸਾਡੇ ਧਿਆਨ ਵਿੱਚ ਨਹੀਂ ਆਈ ਸੀਗੀ। ਪਰ ਜੇਕਰ ਕਿਸੇ ਖਾਸ ਜਗ੍ਹਾ ਦੀ ਇਹ ਗੱਲ ਹੈਗੀ ਹੈ ਤਾਂ ਤੁਸੀਂ ਜਿਹੜਾ ਹੈਗਾ ਉਹ ਡੀਟੇਲ ਸਾਨੂੰ ਜਿਹੜੀਆਂ ਹੈ ਉਹ ਦੇ ਦਿਓ, ਅਸੀਂ ਪ੍ਰੋਪਰ ਜਿਹੜਾ ਹੈਗਾ ਉਹਦੇ ਤੇ ਇਨਵੈਸਟੀਗੇਟ ਕਰਾ ਕੇ ਪ੍ਰੋਪਰ ਐਕਸ਼ਨ ਜਿਹੜਾ ਐਸ ਪਰ ਲਾਅ ਹੈ ਉਹ ਲਿਆ ਜਾਏਗਾ। ਜਿਹੜੀ ਜਗ੍ਹਾ ਤੇ ਕਲੋਨੀ ਕੱਟੀ ਗਈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਉਹਨੂੰ ਢਾਇਆ ਵੀ ਜਾਂਦਾ, ਬਟ ਫਿਰ ਵੀ ਉਸ ਤੋਂ ਬਾਅਦ ਦੁਬਾਰਾ ਉਸ ਜਗ੍ਹਾ ਨੂੰ ਦੁਬਾਰਾ ਤਿਆਰ ਕਰਵਾ ਦਿੱਤਾ ਜਾਂਦਾ। ਦੇਖੋ ਪਾਪਰਾ ਐਕਟ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਲਾਸਟ ਸਾਡੇ ਕੋਲੇ ਰਿਜ਼ੋਲਵ ਹੈਗਾ ਉਹ FIRs ਇੰਸਟੀਟਿਊਟ ਕਰਨ ਦਾ ਹੈਗਾ। ਸੋ ਉਹ ਆਲਰੇਡੀ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈਗਾ। ਜੇਕਰ ਅਸੀਂ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਉਹ ਪੁਲਿਸ ਪ੍ਰਸ਼ਾਸਨ ਤੋਂ ਵੀ ਮਦਦ ਚਾਹਾਂਗੇ ਕਿ ਜੇਕਰ ਦੁਬਾਰਾ ਕਿਤੇ ਕੋਈ ਇਹੋ ਜਿਹਾ ਕੰਮ ਧਿਆਨ ਦੇ ਵਿੱਚ ਆਉਂਦਾ ਹੈਗਾ ਤਾਂ ਉਹਨੂੰ ਔਨ ਦੀ ਸਪੌਟ ਜਿਹੜਾ ਹੈਗਾ ਉੱਥੇ ਰੋਕਿਆ ਜਾਵੇ, ਜਿੰਨਾ ਚਿਰ ਕਿ ਪ੍ਰੋਪਰ ਜਿਹੜੀ ਹੈਗੀ ਆ ਉਸ ਚੀਜ਼ ਦੀ ਰੈਗੂਲਰਾਈਜੇਸ਼ਨ ਨਹੀਂ ਹੋ ਜਾਂਦੀ। ਸ਼ਹਿਰ ਦੇ ਵਿੱਚ ਕਲੋਨੀਜ਼ ਕੱਟੀਆਂ ਜਾ ਰਹੀਆਂ, ਕਾਫੀ ਹੱਦ ਤੱਕ ਤੁਹਾਡੀ ਗੱਲ ਸਹੀ ਵੀ ਹੈ। ਕਾਫੀ ਪਿਛਲੇ ਲੰਬੇ ਸਮੇਂ ਤੋਂ ਹੀ ਇਸ ਤਰ੍ਹਾਂ ਕੁਝ ਚੱਲਦਾ ਆ, ਲੇਕਿਨ ਇਹ ਹੈ ਕਿ ਜਦੋਂ ਥੋੜ੍ਹੀ ਅਸੀਂ ਸਖਤਾਈ ਵੀ ਕੀਤੀ ਸੀਗੀ ਅਤੇ ਉਹਦੇ ਵਿੱਚ ਕਾਫੀ ਲੋਕਾਂ ਨੇ ਸਾਡੇ ਕੋਲ ਅਪਲਾਈ ਕੀਤਾ ਇਹਨਾਂ ਦਾ, ਔਰ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਉਹਨਾਂ ਦੀ ਐਪਲੀਕੇਸ਼ਨ ਦੇ ਉੱਪਰ ਕਾਰਵਾਈ ਚੱਲਦੀ ਵੀ ਹੈ। ਉਹਦੇ ਵਿੱਚ ਕੁਝ ਲੋਕਾਂ ਨੇ ਦਸਤਾਵੇਜ਼ ਜਿੱਦਾਂ ਪੂਰੇ ਨਹੀਂ ਆ, ਉਹਨਾਂ ਨੂੰ ਕਹਿ ਰਹੇ ਹਾਂ ਅਸੀਂ ਵਾਰ-ਵਾਰ ਕਿ ਡਾਕੂਮੈਂਟ ਪੂਰੇ ਕਰੋ। ਕੁਝ ਪਾਰਟ ਪੇਮੈਂਟ ਕੁਝ ਲੋਕਾਂ ਨੇ ਕੀਤੀ ਵੀ ਉਹਦੇ ਵਿੱਚ। ਸੋ ਇਹਦੇ ਉੱਪਰ ਆਲਰੇਡੀ ਕਾਰਵਾਈ ਵੀ ਨਹੀਂ ਹੈਗਾ ਸਾਰਾ ਕੁਝ। ਅਤੇ ਸਰ ਦੇਖਣ 'ਚ ਆ ਰਿਹਾ ਹੈ ਕਿ ਕਈ ਜਿਹੜੇ ਕਲੋਨਾਈਜ਼ਰ ਨੇ ਉਹ ਦੀਵਾਰਾਂ ਬਣਾ ਕੇ ਕਲੋਨੀ ਦੇ ਅੰਦਰ ਕੰਮ ਕਰ ਰਹੇ ਨੇ ਔਰ ਹਾਈ ਟੈਂਸ਼ਨ ਤਾਰਾਂ ਨਿਕਲ ਰਹੀਆਂ, ਉਹਨਾਂ ਦੇ ਪਿੱਛੇ ਰੋਲ ਪਾਇਆ ਜਾ ਰਿਹਾ ਜੋ ਲੀਗਲ ਤੌਰ 'ਤੇ ਨਹੀਂ ਕਰ ਸਕਦੇ। ਠੀਕ ਹੈ। ਉਸ ਤੋਂ ਬਾਅਦ ਵੀ ਜਦੋਂ ਅਸੀਂ ਤੁਹਾਡੇ ਇੰਸਪੈਕਟਰ ਨਾਲ ਗੱਲ ਕੀਤੀ, ਉਹਨਾਂ ਨੇ ਸਾਨੂੰ ਟਾਈਮ ਦਿੱਤਾ ਲੇਕਿਨ ਉਹ ਮੌਕੇ 'ਤੇ ਨਹੀਂ ਪਹੁੰਚੇ, ਪਰ ਅਜੇ ਤੱਕ ਕੰਮ ਚੱਲ ਰਿਹਾ। ਓਕੇ ਵੀ ਇਹ ਤਾਂ ਦੇਖੋ ਈਵਨ ਹਰ ਇੱਕ ਦੇ ਧਿਆਨ ਰੱਖਣ ਵਾਲੀ ਗੱਲ ਹੈ, ਕਲੋਨਾਈਜ਼ਰ ਦੇ ਵੀ ਧਿਆਨ ਰੱਖਣ ਵਾਲੀ ਗੱਲ ਹੈ, ਔਰ ਅਗਰ ਕੋਈ ਉਸ ਏਰੀਏ 'ਚ ਪਲਾਟ ਖਰੀਦਦਾ ਉਹਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣ ਦੀ ਗੱਲ ਹੈ ਕਿ ਇੱਕ ਤਾਂ ਕਲੋਨੀ ਜਿਹੜੀ ਆ ਉਹ ਅਨਰੈਗੂਲਰਾਈਜ਼ ਹੈ, ਅਜੇ ਰੈਗੂਲਰਾਈਜ਼ ਨਹੀਂ ਹੋਈ। ਦੂਸਰਾ ਅਗਰ ਉੱਪਰ HT ਵਾਇਰਸ ਹੈਗੀਆਂ ਹੈ ਤਾਂ ਉੱਥੇ ਤਾਂ ਵੈਸੇ ਹੀ ਹਰ ਇੱਕ ਵਾਸਤੇ ਖਤਰਾ ਹੈ। ਸੋ ਕਲੋਨਾਈਜ਼ਰ ਦੇ ਖਿਲਾਫ ਤਾਂ ਜੋ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਉਹਨੇ ਰੈਗੂਲਰਾਈਜ਼ ਨਹੀਂ ਕਰਵਾਈ ਕਲੋਨੀ। ਪਰ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਹੋ ਜਿਹੇ ਕਿਸੇ ਵੀ ਏਰੀਏ ਦੇ ਵਿੱਚ ਕੋਈ ਪਲਾਟ ਨਾ ਖਰੀਦੋ ਜਿਹੜੀ ਕਲੋਨੀ ਅਜੇ ਤੱਕ ਰੈਗੂਲਰਾਈਜ਼ ਨਹੀਂ ਕਰਦੀ, ਕਿਉਂਕਿ ਅਲਟੀਮੇਟਲੀ ਕੁਛ ਸ਼ਹਿਰ ਦੇ ਵਿੱਚ ਪੁਰਾਣੀਆਂ ਕਲੋਨੀਜ਼ ਵੀ ਹੈਗੀਆਂ ਜਿਹੜੀਆਂ ਕਾਫੀ ਸਾਲਾਂ ਪਹਿਲਾਂ ਦੀਆਂ ਕਲੋਨੀਜ਼ ਲੋਕਾਂ ਵੱਲੋਂ ਕੱਟ ਕੇ ਈਵਨ ਉਹ ਜਿਹੜੇ ਕਲੋਨਾਈਜ਼ਰ ਹੈਗੇ ਉਹ ਆਪਣੇ ਪਲਾਟ ਵਗੈਰਾ ਵੇਚ ਕੇ ਸਾਰੇ ਕਬਜ਼ੇ ਖਾਲੀ ਵੀ ਹੋ ਚੁੱਕੇ ਆ, ਲੇਕਿਨ ਉਹ ਕਲੋਨੀਜ਼ ਅਜੇ ਤੱਕ ਵੀ ਰੈਗੂਲਰਾਈਜ਼ ਨਹੀਂ ਹੈਗੀਆਂ।
ਸੋ ਘੱਟੋ ਘੱਟ ਜਿਹੜੀਆਂ ਕੋਈ ਪੁਰਾਣੀਆਂ ਸੀਗੀਆਂ ਉਹਨਾਂ ਦੇ ਉੱਤੇ ਤਾਂ ਪ੍ਰੋਸੈਸ ਚੱਲ ਹੀ ਰਿਹਾ, ਲੇਕਿਨ ਜਿਹੜੀਆਂ ਕੋਈ ਨਵੀਆਂ ਜਿਹੜੀਆਂ ਹੁਣ ਅਗਰ ਬਿਨਾਂ ਰੈਗੂਲਰ ਕੀਤੇ ਹੋਏ ਕਿਸੇ ਕਲੋਨੀ ਦੇ ਵਿੱਚ ਲੋਕ ਪਲਾਟ ਖਰੀਦ ਰਹੇ ਆ, ਲੋਕਾਂ ਨੂੰ ਮੈਂ ਕਹਾਂਗਾ ਥੋੜ੍ਹੇ ਜਿਹੇ ਜਾਗਰੂਕ ਹੋ ਜਾਓ, ਇਹਦੇ ਉਹਨਾਂ ਦੇ ਉੱਪਰ ਵੀ ਇਹ ਗਾਜ ਡਿੱਗੂਗੀ। ਕਿਉਂਕਿ ਕਈ ਅਸੀਂ ਦੇਖਿਆ ਮੌਕੇ ਤੇ ਵੀ ਕਿ ਲੋਕ ਉੱਥੇ ਪਲਾਟ ਦੇਖਣ ਦਾ ਪਾਉਂਦੇ ਹੈਗੇ ਆ, ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਲੋਨੀ ਜਿਹੜੀ ਰੈਗੂਲਰ ਨਹੀਂ ਹੈ ਔਰ ਉਹ ਵਿਚਾਰੇ ਉਸ ਚੀਜ਼ 'ਤੇ ਫਸ ਜਾਂਦੇ ਨੇ। ਲੇਕਿਨ ਜਿਹੜੇ ਕਲੋਨਾਈਜ਼ਰ ਨੇ, ਜਿਹੜੇ ਅਗਾਧ ਰੂਪ ਨਾਲ ਕੱਟ ਰਹੇ ਨੇ, ਇਹਨਾਂ ਦੇ ਕੀ ਐਕਸ਼ਨ ਲਿਆ ਜਾਂਦਾ? ਕੋਈ ਐਫਆਈਆਰ ਦਰਜ ਕਰਵਾਈ ਜਾਂਦੀ? ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ? ਬਿਲਕੁਲ ਕੀਤੀ ਜਾਂਦੀ ਹੈ। ਅਸੀਂ ਪਿੱਛੇ ਜੇ ਕਾਫੀ ਜਿਹੜੇ ਕੋਲੋਨਾਈਜ਼ਰ ਜਿਨ੍ਹਾਂ ਨੇ ਰੈਗੂਲਰਾਈਜ਼ ਨਹੀਂ ਕਰਾਇਆ ਜਾਂ ਜਿਨ੍ਹਾਂ ਨੇ ਅਪਲਾਈ ਵੀ ਨਹੀਂ ਕੀਤਾ ਔਰ ਐਵੇਂ ਪਲਾਟ ਕੱਟਦੇ ਆ, ਉਹਨਾਂ ਦੇ ਖਿਲਾਫ ਅਸੀਂ ਮਾਨਯੋਗ ਕਮਿਸ਼ਨਰ ਪੁਲਿਸ ਨੂੰ ਵੀ ਇੱਕ ਲੈਟਰ ਲਿਖਿਆ ਹੋਇਆ ਤੇ ਉਹ ਉਹਨਾਂ ਦੇ ਅੰਡਰ ਇਨਵੈਸਟੀਗੇਸ਼ਨ ਹੈਗਾ, ਕਿਉਂਕਿ ਜਦੋਂ ਐਫਆਈਆਰ ਦਰਜ ਕਰਨੀ ਹੈ ਉਹ ਆਪਣੇ ਲੈਵਲ 'ਤੇ ਵੀ ਉਸ ਚੀਜ਼ ਦੀ ਪੜਤਾਲ ਕਰਦੇ ਆ, ਉਹਦੀ ਪੜਤਾਲ ਕਰ ਰਹੇ ਆ। ਪੜਤਾਲ ਕਰਨ ਤੋਂ ਬਾਅਦ ਐਫਆਈਆਰ ਉਹਨਾਂ ਦੇ ਖਿਲਾਫ ਦਰਜ ਹੋਏਗੀ। ਲੇਕਿਨ ਇਹਦਾ ਸਾਨੂੰ ਇੱਕ ਇਹ ਵੀ ਫਾਇਦਾ ਹੋਇਆ, ਜਦੋਂ ਅਸੀਂ ਐਫਆਈਆਰ ਵਾਸਤੇ ਲਿਖਿਆ ਕਿ ਕਾਫੀ ਕੋਲੋਨਾਈਜ਼ਰ ਨੇ ਸਾਡੇ ਕੋਲ ਅਪਲਾਈ ਕੀਤਾ, ਉਹਨਾਂ ਦੀ ਜਿਹੜੇ ਡਾਕੂਮੈਂਟ ਹੈਗੇ ਆਪਾਂ ਪੂਰੇ ਕਰਕੇ ਉਹਨਾਂ ਦੀ ਕਲੋਨੀ ਜਿਹੜੀਆਂ ਉਹਨਾਂ ਦੇ ਖਿਲਾਫ ਜਿਹੜੇ ਪ੍ਰੋਪਰ ਕਾਰਵਾਈ ਉਹਨਾਂ ਦੀ ਕਰਕੇ ਉਹਨਾਂ ਦੀ ਜੇ ਰੈਗੂਲਰਾਈਜ਼ ਹੋ ਸਕਦੀ ਹੋਵੇ ਤਾਂ ਰੈਗੂਲਰਾਈਜ਼ ਕੀਤੀ ਜਾਊਗੀ। ਕੁਝ ਕਲੋਨੀਜ਼ ਅਸੀਂ ਰੈਗੂਲਰਾਈਜ਼ ਕੀਤੀਆਂ ਵੀ, ਜਿਹਨਾਂ ਦੇ ਡਾਕੂਮੈਂਟ ਪੂਰੇ ਹੋ ਗਏ ਸੀ, ਪੇਮੈਂਟ ਆ ਗਈ ਸੀ, ਉਹਨਾਂ ਨੂੰ ਅਸੀਂ ਰੈਗੂਲਰਾਈਜ਼ ਵੀ ਕੀਤਾ। ਸੋ ਜਿਹੜੀਆਂ ਬਾਕੀ ਰਹਿ ਗਈਆਂ ਉਹ ਵੀ ਅੰਡਰ ਪ੍ਰੋਸੈਸ ਹੈਗੀਆਂ। ਜਿਹੜਾ ਬਿਲਕੁਲ ਨਹੀਂ ਮੀਟ ਕਰੇਗਾ ਕੰਡੀਸ਼ਨਸ ਨੂੰ, ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਜਿਸ ਜਾਏਗੀ। ਤਰ੍ਹਾਂ ਤੁਸੀਂ ਆਪ ਦੱਸਿਆ ਕਿ ਜਿਹੜੀ ਹਾਈ ਟੈਂਸ਼ਨ ਵਾਇਰਸ ਹੈਗੀ ਹੈ, ਉੱਥੇ ਖਤਰਾ ਹੈਗਾ ਆ, ਉੱਥੇ ਤਾਂ ਪਹਿਲੀ ਗੱਲ ਕਲੋਨੀ ਕੱਟ ਵੀ ਨਹੀਂ ਸਕਦੇ, ਲੇਕਿਨ ਉੱਥੇ ਕਲੋਨੀ ਜਿਹੜਾ ਮਾਨ ਸਿੰਘ ਨਗਰ ਹੈ ਲੱਜੇਵਾੜੀ ਦੇ ਵਿੱਚ, ਉੱਥੇ ਇੱਕ ਧੜਾ ਕੰਮ ਚੱਲ ਰਿਹਾ, ਉੱਪਰੋਂ ਹਾਈ ਟੈਂਸ਼ਨ ਵਾਇਰਸ ਵੀ ਜਾਰੀ ਨਾਲ ਰੇਲਵੇ ਲਾਈਨਾਂ ਜਿੱਥੋਂ ਸਿਰਫ ਮਹਿਜ਼ 5 ਤੋਂ 6 ਫੁੱਟ ਜਿਹੜਾ ਪਲਾਟ ਤੋਂ 5 ਤੋਂ 6 ਫੁੱਟ ਦਾ ਸਿਰੇ ਗਿਆ ਤੇ ਉੱਥੇ ਤਾਂ ਵੈਸੇ ਹੀ ਡਬਲ ਖਤਰਾ ਜਿਹੜਾ ਜਾਪਦਾ ਨਜ਼ਰ ਆ ਰਿਹਾ। ਬਿਲਕੁਲ ਹੈਗਾ। ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਜਿਹੜੇ ਲੋਕ ਪਲਾਟ ਖਰੀਦ ਰਹੇ ਤੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਜਾਗਰੂਕ ਹੋਣਾ ਪਊ। ਅਲਟੀਮੇਟਲੀ ਰਹਿਣਾ ਤਾਂ ਉਹਨਾਂ ਨੇ, ਕੋਲੋਨਾਈਜ਼ਰ ਨੇ ਆਪਣੇ ਪਲਾਟ ਵੇਚ ਕੇ ਪਾਸੇ ਹੋ ਜਾਣਾ। ਜਿਹੜਾ ਉੱਥੇ ਕੋਈ ਪਲਾਟ ਹੋਲਡਰ ਜਿਹੜਾ ਪਲਾਟ ਖਰੀਦ ਰਿਹਾ ਉਹਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਅਗਰ ਉੱਪਰੋਂ ਐਕਸਟੀ ਵਾਇਰ ਨਿਕਲ ਰਹੀ ਹੈ ਤਾਂ ਅਸੀਂ ਉਹਦੇ ਨਜ਼ਦੀਕ ਕੋਈ ਪਲਾਟ ਨਾ ਖਰੀਦੀਏ। ਲੋਕਾਂ ਨੂੰ ਕੀ ਕਾਰਵਾਈ ਕੀ ਕੀਤੀ ਹੈ ਜਿਹੜੇ ਨਹੀਂ, ਕਲੋਨਾਈਜ਼ਰ? ਉਹਨਾਂ ਦੇ ਕਾਰਵਾਈ ਤਾਂ ਦੇਖੋ, ਜੇ ਐਚਟੀ ਵਾਇਰ ਦੇ ਉੱਪਰੋਂ ਕਰ ਰਿਹਾ ਤਾਂ ਪੀਐਸਪੀਸੀਐਲ ਦਾ ਮਹਿਕਮਾ ਹੈਗਾ, ਉਹ ਵੀ ਇਹਦੇ ਵਿੱਚ ਇਨਵੋਲਵ ਹੁੰਦੇ, ਉਹ ਦੇਖਣਗੇ ਕਿ ਇੱਥੇ ਦੇ ਥੱਲੇ ਕੋਈ ਇਨਹੈਬੀਟੇਸ਼ਨ ਤਾਂ ਨਹੀਂ ਹੋ ਰਹੀ, ਲੋਕ ਰਹਿਣਾ ਤਾਂ ਨਹੀਂ ਸ਼ੁਰੂ ਕਰ ਰਹੇ। ਇਹ ਮਹਿਕਮਾ ਉਹ ਦੇਖਦਾ ਹੁੰਦਾ। ਅਸੀਂ ਤਾਂ ਇਹ ਦੇਖਾਂਗੇ ਕਿ ਜੇ ਕੋਈ ਕੋਲੋਨਾਈਜ਼ਰ ਕਲੋਨੀ ਕੱਟ ਰਿਹਾ ਤਾਂ ਉਹਨੇ ਸਭ ਤੋਂ ਪਹਿਲਾਂ ਅਪਰੂਵਲ ਲਈ ਹੈ ਕਿ ਨਹੀਂ। ਅਗਰ ਸਾਨੂੰ ਅਪਲਾਈ ਵੀ ਨਹੀਂ ਕੀਤਾ ਹੋਇਆ, ਕੋਈ ਪੇਮੈਂਟ ਨਹੀਂ ਆਈ, ਸਾਨੂੰ ਕੋਈ ਡਾਕੂਮੈਂਟ ਨਹੀਂ ਦਿੱਤੇ ਸਾਨੂੰ ਉਹਨਾਂ ਰੈਗੂਲਰਾਈਜ਼ ਕਰਾਉਣ ਵਾਸਤੇ, ਤਾਂ ਉਹਨਾਂ ਦੇ ਖਿਲਾਫ ਅਸੀਂ ਆਪਣੇ ਹਿਸਾਬ ਨਾਲ ਪਾਪਰ ਐਕਟ ਦੇ ਤਹਿਤ ਕਾਰਵਾਈ ਕਰਾਂਗੇ। ਇੱਕ ਜਾਣਕਾਰੀ ਹੋਰ ਚਾਹੀਦੀ ਕਿ ਕਿਸ ਤਰ੍ਹਾਂ ਕਲੋਨੀ ਰੈਗੂਲਰਾਈਜ਼ ਹੁੰਦੀ ਹੈ ਔਰ ਉਸ ਜਦੋਂ ਕਲੋਨੀ ਰੈਗੂਲਰਾਈਜ਼ ਹੁੰਦੀ ਹੈ ਤੁਹਾਡੇ ਵੱਲੋਂ ਉੱਥੇ ਕੋਈ ਬੋਰਡ ਲਗਾਇਆ ਜਾਂਦਾ ਰੈਗੂਲਰਾਈਜ਼ ਕਲੋਨੀ ਦਾ? ਤੁਸੀਂ ਬੋਰਡ ਦੀ ਗੱਲ ਕਰਦੇ ਆ, ਇਹ ਸਾਨੂੰ ਬੋਰਡ ਲਾਉਣ ਦੀ ਤਾਂ ਜ਼ਰੂਰਤ ਨਹੀਂ ਪੈਂਦੀ। ਜਿਹੜੀਆਂ ਕਲੋਨੀਆਂ ਰੈਗੂਲਰਾਈਜ਼ ਕੀਤੀਆਂ ਹੋਈਆਂ ਉਹ ਵੱਡੇ ਅੱਖਰਾਂ ਦੇ ਵਿੱਚ ਉੱਥੇ ਵੱਡੇ ਬੋਰਡ ਲਾ ਕੇ ਡਿਸਪਲੇ ਕਰ ਰਹੇ ਆ, ਉਹਦੇ ਨਾਲ ਉਹਨਾਂ ਦੇ ਪਲਾਟ ਦੀ ਕੀਮਤ ਵੱਧ ਜਾਂਦੀ ਹੈ। ਲੋਕਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਕਲੋਨੀ ਰੈਗੂਲਰਾਈਜ਼ ਹੈਗੀ ਹੈ ਤੇ ਆਟੋਮੈਟਿਕਲੀ ਉਹਨਾਂ ਦੀ ਵੈਲਿਊ ਜ਼ਿਆਦਾ ਪੈਂਦੀ ਹੈ। ਉਹ ਖੁਦ ਉੱਥੇ ਬੋਰਡ ਲਗਾ ਦਿੰਦੇ ਆ ਕਿ ਕਾਰਪੋਰੇਸ਼ਨ ਵੱਲੋਂ ਕਲੋਨੀ ਜਿਹੜੀ ਰੈਗੂਲਰਾਈਜ਼ ਹੈ। ਜਿੱਥੇ ਨਹੀਂ ਬੋਰਡ ਲੱਗ ਰਿਹਾ, ਜਿੱਥੇ ਕੰਮ ਚੱਲ ਰਿਹਾ ਹੈਗਾ, ਪਹਿਲੀ ਗੱਲ ਤਾਂ ਉੱਥੇ ਹੀ ਸਹੀ ਨਹੀਂ ਹੈ, ਫਿਰ ਉਹਨਾਂ ਦੇ ਅਗੇਂਸਟ ਕੀ ਕਾਰਵਾਈ? ਮੈਂ ਉਹੀ ਕਹਿ ਰਿਹਾ ਕਿ ਉਹਨਾਂ ਦੇ ਖਿਲਾਫ ਕਾਫੀ ਅਸੀਂ ਕਲੋਨੀ ਦੇ ਖਿਲਾਫ ਆਲਰੇਡੀ ਐਫਆਈਆਰ ਦਰਜ ਕਰਨ ਵਾਸਤੇ ਲਿਖਿਆ ਵੀ ਹੋਇਆ। ਆ ਜਿਹੜੀਆਂ ਤੁਸੀਂ ਇੱਕ ਦੋ ਕੰਪਲੇਂਟਸ ਮੈਨੂੰ ਹੁਣ ਦਿੱਤੀਆਂ, ਇਹ ਵੀ ਮੈਂ ਹੁਣ ਜਿਹੜਾ ਕੰਸਰਨਡ ਬਿਲਡਿੰਗ ਇੰਸਪੈਕਟਰ ਹੈਗਾ ਉਹਨਾਂ ਨੂੰ ਕਹਿੰਦੇ ਆ ਕਿ ਚੈੱਕ ਕਰਨ, ਤੇ ਜੇ ਕੋਈ ਉੱਥੇ ਕੋਈ ਡਿਵੈਲਪਮੈਂਟ ਇੱਦਾਂ ਦੀ ਹੋ ਰਹੀ ਹੈ ਤਾਂ ਉਹਨੂੰ ਡੈਮੋਲਿਸ਼ ਕੀਤਾ ਜਾਊਗਾ ਜਦ ਤੱਕ ਉਹ ਅਪਰੂਵਲ ਨਹੀਂ ਮਿਲਦਾ। ਸਾਨੂੰ ਤਾਂ ਕੋਆਪਰੇਟ ਨਹੀਂ ਕੀਤਾ, ਟਾਈਮ ਦੇ ਦਿੱਤਾ, ਲੇਕਿਨ ਉਹ ਖੁਦ ਹੀ ਮੌਕੇ ਤੇ ਅਸੀਂ ਕਾਫੀ ਦੇਰ ਇੰਤਜ਼ਾਰ ਕਰਕੇ ਆਏ। ਜੋ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ, ਸਾਡੇ ਕੋਲ ਵੀ ਜਿੱਦਾਂ ਸਟਾਫ ਦੀ ਸ਼ਾਰਟੇਜ ਹੈ, ਇੱਕ ਬਿਲਡਿੰਗ ਇੰਸਪੈਕਟਰ ਕੋਲ ਕਾਫੀ ਸੈਕਟਰਸ ਦਾ ਚਾਰਜ ਹੈਗਾ, ਹੋ ਸਕਦਾ ਉਹਨੂੰ ਕਿਸੇ ਹੋਰ ਪਾਸੇ ਕੰਮ ਪੈ ਗਿਆ ਹੋਊਗਾ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਕਈ ਪੋਰਸ਼ ਇਲਾਕਿਆਂ ਅਤੇ ਕਈ ਛੋਟੇ ਇਲਾਕਿਆਂ 'ਚ ਗੈਰ ਕਾਨੂੰਨੀ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ। ਆਦਮਪੁਰ, ਭੋਗਪੁਰ, ਜਮਸ਼ੇਦ ਖੇੜਾ, ਤੱਲਣ ਰੋਡ, ਪੂਰਨਪੁਰ, ਪਚਰੰਗਾ ਸਹਿਤ ਹੋਰ ਵੀ ਕਈ ਥਾਵਾਂ ਉੱਤੇ ਗੈਰ ਕਾਨੂੰਨੀ ਕਲੋਨੀਆਂ ਕੱਟੀਆਂ ਗਈਆਂ ਨੇ, ਜਿਨ੍ਹਾਂ ਉੱਤੇ ਡਿਵੈਲਪਮੈਂਟ ਅਥਾਰਟੀ ਪੁੱਡਾ ਕਾਰਵਾਈ ਕਰਨ ਜਾ ਰਿਹਾ ਹੈ। ਜਲੰਧਰ ਤੋਂ ਜਾਣੀ ਤੈਸ਼ੀ ਲਈ ਦਵਿੰਦਰ ਕੁਮਾਰ ਦੀ ਰਿਪੋਰਟ।